ਡੀਡੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪ੍ਰੋਗਰਾਮ ਖਾਸ ਖਬਰ ਇੱਕ ਨਜ਼ਰ 'ਚ ਮੈਂ ਹਾਂ ਇਸ਼ੂ ਤੇ ਸਾਡੇ ਨਾਲ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਅਖਬਾਰਾਂ ਦੀਆਂ ਅਹਿਮ ਸੁਰਖੀਆਂ ਦੇ ਤੌਰ ਤੇ ਪੱਖ ਦੇ ਮੁੱਦਿਆਂ ਤੇ ਝਾਤ ਪਾਉਣ ਦੇ ਲਈ ਉਹਨਾਂ ਮੁੱਦਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣ ਦੇ ਲਈ ਮੌਜੂਦ ਨੇ ਸਾਡੇ ਅੱਜ ਦੇ ਮਾਹਰ ਮਹਿਮਾਨ ਤੇ ਸਾਡੇ ਅੱਜ ਦੇ ਮਾਹਰ ਮਹਿਮਾਨ ਦੇ तौर पर असी उचेचे तौर पर सद्दा दिता है सीनियर पत्रकार सुरिंदरपाल जी नूं। आओ करते हैं उन्होंने बहुत बहुत स्वागत है सुरिंदर जी। धन्यवाद जी, सारिਆਂ ਨੂੰ प्यार भरी सत श्री अकाल। सुरिंदर जी, जे अज दी असीं खबरां दी शुरुआत करते हैं तो अहम खबर जिहड़ी है वो ये दसदी है कि कल दिल्ली वल कूच करते समय किसान जथेबंदियां दे किसानां ते अथरू गैस के गोले छड्डे गए ते उन्हां ते हरियाणा सरकार दे विच झड़पां होईयां ने। की कहना चाहोगे इस बारे? देखो, पंजाब का किसान जिहड़ा पिछले 2 महीने तो अंदोलन के राह है। वैसे पंजाब नहीं, मध्य प्रदेश के भी किसानी है, उत्तर प्रदेश के भी जिहड़ा कुछ इलाका वा उस किसान दे किता किसानी है, हरियाणा का किता किसानी है काफ़ी, क्योंकि हरियाणा का कुछ चलो इलाका जिहड़ा वा दिल्ली के नाल लगदा होण करके जिहड़ा वो एग्रीकल्चर नूं छड्ड के ਵਪਾਰੀਕਰਨ ਵੱਲ ਤੁਰ ਗਿਆ। लेकिन जिहड़ा हजे भी हरियाणा ਦੇ ਵਿੱਚ ਮੇਨ ਹੈ ਜਾਂ ਪੰਜਾਬ ਦੇ ਵਿੱਚ ਜ਼ਿਆਦਾ ਹੈ ਨਾ ਕਿਸਾਨੀ ਦਾ ਕੀਤਾ ਹੈਗਾ ਜੀ। ਸੋ ਇਹ ਕਿਸਾਨੀ ਜਿਹੜੀ ਇਕੱਲੀ ਪੰਜਾਬ ਦਾ ਨਹੀਂ ਹੈ, ਇਹ ਪੂਰੇ ਦੇਸ਼ ਦਾ ਮੁੱਦਾ। ਹੁਣ ਤਾਂ ਜਿਹੜਾ ਅੱਗੇ ਅੰਦੋਲਨ 2 ਮਹੀਨੇ ਤੋਂ ਪੰਜਾਬ 'ਚ ਭਖ ਰਿਹਾ ਸੀ ਉਹ ਪੂਰੇ ਦੇਸ਼ ਵਿੱਚ ਨਿਕਲ ਕੇ ਜਾ ਚੁੱਕਾ ਹੈ। ਔਰ ਖਾਸ ਕਰਕੇ ਜਿਵੇਂ ਕਿ ਹੁਣ ਕਿਸਾਨ ਜਥੇਬੰਦੀਆਂ ਵੱਲੋਂ ਇਹ ਕੀਤਾ ਗਿਆ ਐਲਾਨ ਕਿ ਅਸੀਂ ਦਿੱਲੀ ਦੇ ਵਿੱਚ ਜਾ ਕੇ 2 ਦਿਨ ਹੁਣ ਡੇਰਾ ਪਾਵਾਂਗੇ, ਕਿਉਂਕਿ ਕਿਸਾਨ ਦਾ ਅੰਦੋਲਨ ਪਿਛਲੇ 2 ਮਹੀਨੇ 'ਚ ਨਾ ਕਈ ਪੜਾਵਾਂ 'ਚੋਂ ਨਿਕਲਿਆ। ਪਹਿਲਾਂ ਉਹਨਾਂ ਵੱਲੋਂ ਜਿਹੜਾ ਵਾ ਮੈਮੋਰੰਡਮ ਦਿੱਤੇ ਗਏ ਨੇ, ਫਿਰ ਉਹਨਾਂ ਵੱਲੋਂ ਡੀਸੀ ਆਫਿਸ ਦੇ ਵਿੱਚ ਪ੍ਰਦਰਸ਼ਨ ਕੀਤੇ ਗਏ ਨੇ, ਉਸ ਤੋਂ ਬਾਅਦ ਉਹਨਾਂ ਨੇ ਟ੍ਰੇਨਾਂ ਰੋਕੀਆਂ ਔਰ ਟ੍ਰੇਨਾਂ ਰੋਕਣ ਤੋਂ ਬਾਅਦ ਫਿਰ ਉਹਨਾਂ ਨੇ ਅਗਲਾ ਸਟੈਪ ਜਿਹੜਾ ਹੈਗਾ ਇਹ ਕੀਤਾ ਹੈਗਾ ਕਿ ਅਸੀਂ ਹੁਣ ਟ੍ਰੇਨਾਂ ਦੀ ਪਟਰੀਆਂ ਖਾਲੀ ਕਰ ਰਹੇ ਹਾਂ। ਫਿਰ ਹਾਈਵੇ ਵੀ ਵਿੱਚ ਜਾਮ ਕੀਤੇ ਗਏ, ਬੰਦ ਦਾ ਸੱਦਾ ਵੀ ਦਿੱਤਾ ਗਿਆ। ਹੁਣ ਉਹਨਾਂ ਦਾ ਜਿਹੜਾ ਅਗਲਾ ਜਿਹੜਾ ਦਬਾਅ ਦੀ ਰਾਜਨੀਤੀ ਹੈ ਕਿਸਾਨ ਜਥੇਬੰਦੀਆਂ ਦੀ ਕਿ ਅਸੀਂ ਹੁਣ ਇਹਨੂੰ ਦਿੱਲੀ ਜਾ ਕੇ ਇੱਕ ਸ਼ਾਂਤਮਈ ਪ੍ਰਦਰਸ਼ਨ ਕਰੀਏ, ਦਿੱਲੀ ਦੇ ਵਿੱਚ ਜਾ ਕੇ ਕੇਂਦਰ ਸਰਕਾਰ ਦੇ ਦਰਵਾਜ਼ੇ 'ਚ ਬੈਠੀਏ ਤੇ ਆਪਣੀਆਂ ਜਿਹੜੀਆਂ ਮੰਗਾਂ ਹੈਗੀਆਂ ਉਹਨਾਂ ਬਾਰੇ ਅਸੀਂ ਦੱਸੀਏ, ਕਿਉਂਕਿ ਹੁਣ ਦਿੱਲੀ ਦਾ ਰਸਤਾ ਤਾਂ ਸਿਰਫ ਹਾਈਵੇ ਹੀ ਆ, ਉਹ ਹਰਿਆਣੇ 'ਚੋਂ ਨਿਕਲਦਾ। ਸੋ ਇਸ ਕਰਕੇ ਕਿਸਾਨ ਜਥੇਬੰਦੀਆਂ ਦਾ ਜਿੱਥੇ ਜਿੱਥੇ ਜਾ ਕੇ ਵੀ ਹਰਿਆਣਾ ਦੇ ਜਿੰਨੇ ਬਾਰਡਰ ਹੈਗੇ ਉੱਥੇ ਇਹਨਾਂ ਦਾ ਟਕਰਾਵ ਹੋਇਆ, ਕਿਉਂਕਿ ਪੰਜਾਬ ਦਾ ਜਿਹੜਾ ਮੈਕਸੀਮਮ ਜਿਹੜਾ ਲੋਕ ਜਿਹੜਾ ਜ਼ਿਆਦਾ ਵਾ ਉਹ ਕੰਮ ਐਗਰੀਕਲਚਰ ਹੈ, ਖੇਤੀਬਾੜੀ ਹੈ ਇੱਥੇ ਦਾ। ਔਰ ਖੇਤੀਬਾੜੀ ਦੇ ਨਾਲ ਹੀ ਸਾਰੀਆਂ ਚੀਜ਼ਾਂ ਜੁੜੀਆਂ, ਜਿਹੜਾ ਪਿੰਡਾਂ ਦਾ ਵਿਕਾਸ ਹੈ ਉਹ ਖੇਤੀ ਨਾਲ ਜੁੜਿਆ ਹੋਇਆ, ਕਿਉਂਕਿ ਲੋਕਾਂ ਦੀ ਫਸਲ ਦੇ ਪੈਸੇ ਆਣੇ ਆ ਤੇ ਪਿੰਡਾਂ ਦੇ ਵਿੱਚ ਜਾ ਕੇ ਦੁਕਾਨਾਂ ਚੱਲਣੀਆਂ ਵਾ, ਕੋਈ ਸੁਨਿਆਰਾ ਹੈਗਾ, ਕੋਈ ਕੱਪੜੇ ਵਾਲਾ। ਸੋ ਕਿਤੇ ਨਾ ਕਿਤੇ ਹਰ ਬੰਦਾ ਐਗਰੀਕਲਚਰ ਔਰ ਖੇਤੀਬਾੜੀ ਦੇ ਕਿੱਤੇ ਨਾਲ ਜੁੜਿਆ, ਭਾਵੇਂ ਉਹ ਐਜੂਕੇਸ਼ਨ ਸੈਕਟਰ ਵਾਲੇ ਵੀ ਲੋਕ ਨੇ, ਉਹਨਾਂ ਦਾ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਜਾਂ ਅਸਿੱਧੇ ਤੌਰ ਤੇ ਖੇਤੀਬਾੜੀ ਦੇ ਨਾਲ ਲਿੰਕ ਹੈਗਾ। ਸੋ ਇੱਕ ਪੰਜਾਬ ਦਾ ਬਹੁਤ ਵੱਡਾ ਐਜੀਟੇਸ਼ਨ ਹੈਗਾ ਜਿਹੜਾ ਹਰਿਆਣੇ 'ਚੋਂ ਹੀ ਕ੍ਰੋਸ ਹੋ ਕੇ ਜਾਣਾ ਸੀ। ਹਰਿਆਣੇ ਦੇ ਵਿੱਚ ਉਹਨਾਂ ਨੂੰ ਰੋਕਣ ਲਈ, ਕਿਉਂਕਿ ਉੱਥੇ ਸਰਕਾਰ ਕੇਂਦਰ ਸਰਕਾਰ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਔਰ ਹਰਿਆਣਾ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਇਹ ਰੋਕਿਆ ਗਿਆ ਕਿ ਦਿੱਲੀ ਆਉਣ ਤੋਂ ਕਿਸੇ ਤਰੀਕੇ ਇਹਨਾਂ ਨੂੰ ਰੋਕ ਲਿਆ ਜਾਵੇ। ਸੋ ਉਹਨਾਂ ਨੇ ਕੋਸ਼ਿਸ਼ ਕੀਤੀ ਹੈ, ਉੱਥੇ ਕੱਲ੍ਹ ਬੈਰੀਕੇਡਸ ਲਗਾਏ, ਲੇਕਿਨ ਬਾਅਦ ਦੇ ਵਿੱਚ ਕਿਸਾਨ ਇੰਨਾ ਕੁ ਨਿਕਲ ਕੇ ਬਾਹਰ ਆ ਗਿਆ, ਉਮੀਦ ਨਹੀਂ ਸੀ, ਔਰ ਉਹ ਬੈਰੀਕੇਡਸ ਉਹਨਾਂ ਨੇ ਕਿਸਾਨਾਂ ਨੇ ਚੁੱਕ ਦਿੱਤੇ। ਬਾਅਦ ਦੇ ਵਿੱਚ ਕਈ ਜਗ੍ਹਾ ਅਥਰੂ ਗੈਸ ਦੇ ਗੋਲੇ ਉਹਨਾਂ ਨੂੰ ਛੱਡਣੇ ਪਏ ਹਰਿਆਣਾ ਦੀ ਪੁਲਿਸ ਨੂੰ। ਲੇਕਿਨ ਸਭ ਤੋਂ ਵੱਡੀ ਜਿਹੜੀ ਗੱਲ ਇਹਦੇ ਵਿੱਚ ਨਿਕਲ ਕੇ ਸਾਹਮਣੇ ਹਜੇ ਆਈ ਹੈ ਕੱਲ੍ਹ ਵਾਲੇ ਇੰਸੀਡੈਂਟ ਦੇ ਵਿੱਚ ਕਿ ਕਿਸਾਨਾਂ ਦਾ ਅੰਦੋਲਨ ਸ਼ਾਂਤੀਪੂਰਵਕ ਹੈ, ਕੋਈ ਹਿੰਸਕ ਨਹੀਂ ਹੋਇਆ। ਔਰ ਜਿਹੜੇ ਅਗਲੇ 6 ਜਾਂ 7 ਦਿਨ ਹੈ ਇਹ ਪੰਜਾਬ ਦੀ ਕਿਸਾਨੀ, ਦੇਸ਼ ਦੀ ਕਿਸਾਨੀ ਦਾ ਇੱਕ ਅੰਦੋਲਨ ਦਾ ਬਹੁਤ ਵੱਡੀ ਰੂਪ ਰੇਖਾ ਤੈਅ ਕਰਨਗੇ, ਕਿਉਂਕਿ ਹਜੇ ਤੱਕ ਜਿਹੜਾ 2 ਮਹੀਨੇ ਦਾ ਅੰਦੋਲਨ ਹੈ ਬੜਾ ਸ਼ਾਂਤੀਪੂਰਵਕ ਚੱਲਿਆ, ਕਿਤੇ ਭੰਨ ਤੋੜ ਨਹੀਂ ਹੋਈ, ਕਿਤੇ ਅੱਗ ਨਹੀਂ ਲਾਈ ਗਈ। ਨਹੀਂ ਤਾਂ ਦੇਖੋ ਕਿਸਾਨ ਕੋਈ ਇੰਨੇ ਐਜੂਕੇਟਿਡ ਨਹੀਂ ਹੈਗੇ, ਜਿਹੜੇ ਪਿੰਡਾਂ ਵਾਲੇ ਰਹਿਣ ਵਾਲੇ ਇੰਨੇ ਕੋਈ ਪੜ੍ਹੇ ਲਿਖੇ ਨਹੀਂ ਆ, ਹਾਂ ਸਮਝਦਾਰ ਜ਼ਰੂਰ ਹੈ ਕਿਉਂਕਿ ਉਹ ਖੇਤੀਬਾੜੀ ਕਰਦੇ ਨੇ, ਲੇਕਿਨ ਇੰਨੇ ਉਹਨਾਂ ਨੂੰ ਪਿੰਡਾਂ ਦੇ ਰੂਰਲ ਸੈਕਟਰ ਦੇ ਵਿੱਚ ਆਪਣੇ ਜਿਹੜਾ ਪਿੰਡਾਂ ਦਾ ਸੈਕਟਰ ਆ ਉੱਥੇ ਇੰਨੀ ਐਜੂਕੇਸ਼ਨ ਡੀਪ ਨਹੀਂ ਆ, ਲੇਕਿਨ ਫਿਰ ਵੀ ਉਹਨਾਂ ਨੇ ਐਜੀਟੇਸ਼ਨ ਜਿਹੜੀ ਆਪਣਾ ਅੰਦੋਲਨ ਹੈ ਬੜਾ ਸ਼ਾਂਤਮਈ ਵਰਨਾ ਚਲਾਇਆ ਹੋਇਆ। ਦੂਸਰਾ ਜਿਹੜੀ ਗੱਲ ਹੈਗੀ ਹੈ ਕਿ ਹੁਣ ਕਿਸਾਨਾਂ ਦੀਆਂ ਸਮੱਸਿਆਵਾਂ ਕੀ ਹੈ ਜਿਹੜੀਆਂ ਉੱਤੇ ਕੇਂਦਰ ਸਰਕਾਰ ਜਿਹੜੀ ਹੈ ਇਹਨਾਂ ਨੂੰ ਬੈਠ ਕੇ ਕਿਸੇ ਨਾ ਕਿਸੇ ਤਰੀਕੇ ਬਿੱਲ ਪਾਸ ਹੋ ਚੁੱਕੇ ਨੇ, ਕਾਨੂੰਨ ਬਣ ਚੁੱਕੇ ਨੇ, ਲੇਕਿਨ ਲੋਕ ਸਭਾ ਦੇ ਵਿੱਚ ਰਾਜ ਸਭਾ 'ਚ ਲਿਆ ਕੇ ਉਹਨਾਂ ਦੇ ਉੱਤੇ ਵਿੱਚ ਕੁਛ ਨਾ ਕੁਛ ਸੰਸ਼ੋਧਨ ਕਰਨ ਦੀ ਜ਼ਰੂਰਤ ਹੈ। ਕਿਸਾਨਾਂ ਨੂੰ ਸਭ ਤੋਂ ਜ਼ਿਆਦਾ ਡਰ ਹੈਗਾ ਉਹਨਾਂ ਦੀ ਜਿਹੜੀ ਫਸਲ ਹੈ, ਉਹ ਫਸਲ ਜਿਹੜੀ ਆ ਪ੍ਰਾਈਵੇਟ ਸੈਕਟਰ ਜਿਹੜਾ ਚੱਕਣ ਦੇ ਵੇਲੇ ਉਹਨਾਂ ਨੂੰ ਖਰਾਬ ਕਰੇਗਾ, ਜਿਹੜਾ ਇੱਕੋ ਡਰ ਹੈ। ਔਰ ਉਹ ਸਿਰਫ ਇਹ ਚਾਹੁੰਦੇ ਆ ਕਿ ਸਾਡੀ ਜਿਹੜੀ ਫਸਲ ਹੈ ਉਹ ਸਰਕਾਰ ਜਿਵੇਂ ਚੱਕਦੀ ਹੈ ਉਹੀ ਚੱਕੀ ਜਾਵੇ, ਉਹ ਅੱਗੋਂ ਪ੍ਰਾਈਵੇਟ ਸੈਕਟਰ ਨਾਲ ਟਾਈ ਅਪ ਕਰ ਲੈ। ਦੇਖੋ ਪੰਜਾਬ ਦੀਆਂ 2 ਫਸਲਾਂ, ਇੱਕ ਕਣਕ ਤੇ ਇੱਕ ਝੋਨਾ। ਜਿਹੜੀ ਕਣਕ ਹੈ ਉਹ ਅਪ੍ਰੈਲ ਮਹੀਨੇ 'ਚ ਉਹਦੀ ਖਰੀਦ ਸ਼ੁਰੂ ਹੋ ਜਾਂਦੀ ਹੈ ਤੇ ਝੋਨੇ ਦੀ ਸਤੰਬਰ ਮਹੀਨੇ 'ਚ, ਅਕਤੂਬਰ ਮਹੀਨੇ 'ਚ ਚੱਲਦੀ, ਸਤੰਬਰ ਤੋਂ ਅਕਤੂਬਰ। ਔਰ ਇਹ 2 ਫਸਲਾਂ ਦਾ ਪੈਸਾ ਜਿਹੜੀ ਫੂਡ ਕਾਰਪੋਰੇਸ਼ਨ ਤੇ ਪਨਸਪ ਜਿਹੜੀ ਪੰਜਾਬ ਦੀ ਏਜੰਸੀ ਹੈ ਇਹ ਦੋਨੋਂ ਖਰੀਦਦੀਆਂ ਫਸਲਾਂ।
ਇਹਦਾ ਪੈਸਾ ਕਿਸਾਨਾਂ ਨੂੰ ਮਿਲ ਜਾਂਦਾ। ਇੰਨਾ ਪਤਾ ਹੁੰਦਾ ਕਿ ਮੈਂ ਜੇ ਫਸਲ ਉਗਾਈ ਹੈ ਤਾਂ ਮੈਨੂੰ ਮੰਡੀ 'ਚ ਜਾਂਦਿਆਂ ਇਹਦੇ ਪੈਸੇ ਮਿਲ ਜਾਣੇ ਆ, ਤੇ ਮੈਂ ਜਿੰਨਾ ਕੋ ਉਧਾਰ ਫੜੇ ਆ, ਕੋਈ ਆੜਤੀਆਂ ਦੇ ਆ, ਕੋਈ ਸਕੂਲਾਂ ਦੇ ਦੇਣ ਵਾਲੇ ਬੱਚਿਆਂ ਦੇ ਆ, ਕੱਪੜੇ ਆ, ਘਰ ਦੇ ਲੈਣ ਦੇਣ, ਉਹ ਕਲੀਅਰ ਹੋ ਜਾਣਗੇ। ਲੇਕਿਨ ਜਦੋਂ ਤੁਸੀਂ ਕਿਸਾਨਾਂ ਕੋਲ ਸਟੋਰ ਕਰਨ ਦੀ ਜਗ੍ਹਾ ਨਹੀਂ ਹੈ, ਜਦੋਂ ਇਹ 'ਚ ਪ੍ਰਾਈਵੇਟ ਸੈਕਟਰ ਵੜ ਗਿਆ, ਸਰਕਾਰ ਡਾਊਨ ਹੋ ਜਾਣੀ ਆ, ਪ੍ਰਾਈਵੇਟ ਸੈਕਟਰ ਹੈਵੀ ਹੋ ਜਾਣਾ। ਕਿਸਾਨਾਂ ਨੂੰ ਇਹ ਡਰ ਹੈਗਾ ਮੁੜ ਕੇ ਅਸੀਂ ਸਟੋਰ ਕਿੱਥੇ ਕਰਾਂਗੇ। ਜੇ ਅੱਜ ਕਹਿ ਦਿੱਤਾ ਪ੍ਰਾਈਵੇਟ ਕੰਪਨੀ ਵਾਲੇ ਨੇ ਮੈਂ ਤੇਰੀ 7 ਦਿਨ ਨਹੀਂ ਫਸਲ ਖਰੀਦਣੀ, ਉਹ 7 ਦਿਨ ਫਸਲ ਰੱਖੇਗਾ ਕਿੱਥੇ? ਔਰ ਉੱਥੇ ਪ੍ਰੋਬਲਮ ਕਿਸਾਨ ਨੂੰ ਆਉਂਦੀ ਹੈ ਕਿ ਫਿਰ ਮੈਨੂੰ ਜਿਹੜਾ ਪ੍ਰਾਈਵੇਟ ਸੈਕਟਰ ਹੈ, ਜਿਹੜਾ ਕਾਰਪੋਰੇਟ ਵਾਲੇ ਹੈਗੇ ਨੇ, ਮੈਨੂੰ ਉਹਨਾਂ ਦੇ ਕਹੇ ਦੇ ਰੇਟ ਦੇ ਉੱਤੇ ਵੇਚਣੀ ਪਏਗੀ। ਜਿਹੜਾ ਇਹ ਕਿਸਾਨਾਂ ਦੀ ਸਭ ਤੋਂ ਵੱਡੀ ਸ਼ੰਕਾ ਨਾ, ਇਹੀ ਸ਼ੰਕਾ, ਔਰ ਇਹਨੂੰ ਦੂਰ ਕੀਤਾ ਜਾਣਾ ਚਾਹੀਦਾ ਕੇਂਦਰ ਸਰਕਾਰ ਵੱਲੋਂ। ਔਰ ਕਿਉਂਕਿ ਦੇਖੋ ਬਾਰ-ਬਾਰ ਕਿਸਾਨ ਜਿਹੜੇ ਇਸ ਚੀਜ਼ ਤੋਂ ਡਰ ਰਹੇ ਨੇ ਕਿ ਸਾਡੀ ਫਸਲ ਰੁੱਲ ਜਾਣੀ ਹੈ। ਇਹ ਰੁੱਲ ਜਾਣੀ ਜਿਹੜਾ ਵਾ ਇਹਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ। ਔਰ ਕਿਉਂਕਿ ਹਜੇ ਅੰਦੋਲਨ ਸ਼ਾਂਤੀਪੂਰਵਕ ਚੱਲ ਰਿਹਾ, ਇਹਦੇ ਲਈ ਵੀ ਕਿਸਾਨ ਜਿਹੜੇ ਆ ਵਧਾਈ ਦੇ ਪਾਤਰ ਹੈ। ਔਰ ਸਰਕਾਰ ਵੀ ਜਿਹੜੀਆਂ ਕੇਂਦਰ ਸਰਕਾਰ ਵੱਲੋਂ ਹੈ ਉਹਨਾਂ ਨਾਲ ਇੰਨੀ ਹਜੇ ਜ਼ੋਰ ਜ਼ਬਰਦਸਤੀ ਨਹੀਂ ਕੀਤੀ ਗਈ ਕਿ ਕਿਸੇ ਜਗ੍ਹਾ ਤੇ ਕਰਫਿਊ ਲਗਾਤੇ ਜਾਣ, ਘਰਾਂ 'ਚੋਂ ਚੁੱਕ ਲਿੱਤੇ ਜਾਣ, ਮਤਲਬ ਸੱਦਤ ਕੀਤੀ ਜਾਵੇ। ਲੇਕਿਨ ਬੈਠ ਕੇ ਹਜੇ ਰਸਤੇ ਬਹੁਤ ਨੇ। ਦੇਖੋ ਭਾਰਤ ਪਾਕਿਸਤਾਨ 1947 ਦਾ ਆਜ਼ਾਦ ਹੋਇਆ। ਅੱਜ ਵੀ ਹਿੰਦੁਸਤਾਨ ਔਰ ਪਾਕਿਸਤਾਨ ਦੇ ਜਿਹੜੇ ਆਰਮਡ ਫੋਰਸਿਸ ਹੈਗੀਆਂ, ਸਰਕਾਰਾਂ ਆਪਸ 'ਚ ਗੱਲਬਾਤ ਕਰਦੀਆਂ। ਗੱਲਬਾਤ ਦੇ ਰਸਤੇ ਹਮੇਸ਼ਾ ਖੁੱਲ੍ਹੇ ਰਹਿਣੇ ਚਾਹੀਦੇ ਆ ਜੀ। ਯਾਨੀ MSP ਦੇ ਨਾਲ ਇਹ ਜਿਹੜਾ ਮੁੱਦਾ ਹੈ ਉਹ ਜੁੜਿਆ ਹੋਇਆ ਹੈ। MSP ਦੀ ਯਾਨੀ ਨਿਊਨਤਮ ਸਮਰਥਨ ਮੁੱਲ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸੁਰਿੰਦਰਪਾਲ ਜੀ, ਅਗਲੀ ਜਿਹੜੀ ਖਬਰ ਹੈ ਉਸ ਦੇ ਅਨੁਸਾਰ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ 3 ਦਸੰਬਰ ਨੂੰ ਗੱਲਬਾਤ ਕਰਨ ਦਾ ਸੱਦਾ ਦਿੱਤਾ ਹੈ। ਮੈਂ ਇਹੀ ਕਹਿ ਕੇ ਹਟਿਆ ਕਿ ਅਗਲੇ ਜਿਹੜੇ 7 ਦਿਨ ਹੈ ਨਾ, ਉਹ ਇੱਕ ਪ੍ਰੀਖਿਆ ਦੀ ਘੜੀ ਹੈ ਪੰਜਾਬ ਦੇ ਕਿਸਾਨਾਂ ਦੀ ਜੀ, ਦੇਸ਼ ਦੇ ਕਿਸਾਨਾਂ ਦੀ। ਕਿਉਂਕਿ ਹਮੇਸ਼ਾ ਅੰਦੋਲਨ ਦੇ ਵਿੱਚ ਅੰਦੋਲਨ ਦਾ ਫਾਇਦਾ ਦੇਸ਼ ਵਿਰੋਧੀ ਤਾਕਤਾਂ ਲੈਂਦੀਆਂ ਜੀ। ਕਿਸੇ ਜਗ੍ਹਾ ਵੀ ਅੰਦੋਲਨ ਹੁੰਦਾ ਉਹਦਾ ਫਾਇਦਾ ਜਿਹੜੇ ਹੁਣ ਮੰਨ ਲਓ ਭਾਰਤ ਹੈ, ਭਾਰਤ ਦੇ ਵਿੱਚ ਅਸ਼ਾਂਤੀ ਫੈਲਾਉਣ ਲਈ ਪਾਕਿਸਤਾਨ ਹਮੇਸ਼ਾ ਤਿਆਰ ਰਹਿੰਦਾ। ਉਹ ਕੋਈ ਨਾ ਕੋਈ ਮੌਕਾ ਭਾਲਦਾ ਰਹਿੰਦਾ। ਉੱਥੇ ਦੇ ਦਹਿਸ਼ਤਗਰਦ ਜਿਹੜੇ ਨੇ, ਅੱਤਵਾਦੀ ਸੰਗਠਨ ਨੇ, ਕੋਈ ਨਾ ਕੋਈ ਮੌਕਾ ਭਾਲਦੇ ਨੇ। ਇਸ ਕਰਕੇ ਕਿਸਾਨਾਂ ਨੂੰ ਇਹ ਜਿਹੜੇ 27 ਤਰੀਕ ਤੋਂ ਲੈ ਕੇ 2 ਤਰੀਕ ਤੱਕ ਪੂਰਾ ਸਜਗ ਰਹਿਣ ਦੀ ਲੋੜ ਹੈ ਕਿ ਵਿੱਚ ਕੋਈ ਇੱਦਾਂ ਦੇ ਬੰਦੇ ਮੂਵਮੈਂਟ 'ਚ ਨਾ ਵੜ ਜਾਣ ਜਿਹੜੀਆਂ ਸਾਡੀ ਅਸ਼ਾਂਤੀ ਕਰ ਦੇਣ, ਸਾਡਾ ਮੁੜ ਕੇ ਇੱਥੇ ਹਿੰਸਕ ਹੋ ਜੇ, ਤੋੜਪੰਨ ਹੋ ਜੇ, ਫਾਇਰਿੰਗ ਹੋ ਜੇ, ਕਿਸਾਨ ਮਾਰੇ ਜਾਣ, ਸ਼ਹਾਦਤਾਂ ਹੋ ਜਾਣ। ਉਹਦਾ ਫਾਇਦਾ ਜਿਹੜਾ ਵਾ ਦੇਸ਼ ਦੇ ਵਿੱਚ ਸ਼ਾਂਤੀ ਫੈਲਾਉਣ ਦਾ, ਜਿਹੜੀ ਦਹਿਸ਼ਤਗਰਦ ਆ ਉਹਨਾਂ ਨੂੰ ਮਿਲਦਾ। ਸੋ ਇਹ 7 ਦਿਨ ਇੱਕ ਪ੍ਰੀਖਿਆ ਦੀ ਘੜੀ ਹੈ ਕਿਸਾਨਾਂ ਦੀ ਕਿ ਇਸ ਅੰਦੋਲਨ ਨੂੰ ਕਿੱਦਾਂ, ਜਿੱਦਾਂ ਹਜੇ ਤੱਕ ਉਹਨਾਂ ਨੇ ਬੜੀ ਸਫਲਤਾਪੂਰਵਕ ਇੱਕ ਬਹੁਤ ਸਟ੍ਰੈਟਜਿਕ ਤਰੀਕੇ ਨਾਲ ਉਹ ਇੱਥੇ ਤੱਕ ਲੈ ਕੇ ਆਏ ਨੇ। ਦਿੱਲੀ ਤੱਕ ਉਹਨਾਂ ਦੀ ਆਵਾਜ਼, ਹੁਣ ਦਿੱਲੀ ਰਹਿ ਕਿੰਨੀ ਦੂਰ ਗਈ, ਕਰਨਾਲ ਤੇ ਦਿੱਲੀ ਬਿਲਕੁਲ ਲੱਗ ਗਿਆ, ਹੁਣ ਤਾਂ ਦਿੱਲੀ ਤੱਕ ਆਵਾਜ਼ ਪਹੁੰਚ ਹੀ ਗਈ ਹੈ ਉਹਨਾਂ ਦੀ। ਔਰ ਕੇਂਦਰ ਸਰਕਾਰ ਵੀ ਤਿਆਰ ਹੋ ਗਈ ਹੈ। ਇਹ ਬਹੁਤ ਵਧੀਆ ਇੱਕ ਜਿਹਨੂੰ ਆਪਾਂ ਕਹੀਏ ਕਿ ਸ਼ਲਾਘਾਯੋਗ ਕਦਮ ਹੈਗਾ ਕਿ ਨਰਿੰਦਰ ਤੋਮਰ ਜੀ ਔਰ ਰਾਜਨਾਥ ਸਿੰਘ ਹੋਰਾਂ ਨੇ ਵੀ ਕੱਲ੍ਹ ਕਿਹਾ ਕਿ ਅਸੀਂ ਗੱਲਬਾਤ ਲਈ ਤਿਆਰ ਹਾਂ। ਇਸ ਦਾ ਮਤਲਬ ਕਿਤੇ ਨਾ ਕਿਤੇ ਗੱਲਬਾਤ ਲਾਗੇ ਆਉਣੀ ਸ਼ੁਰੂ ਹੋ ਗਈ ਹੈ। ਕੇਂਦਰ ਸਰਕਾਰ ਦੇ ਉੱਤੇ ਦਬਾਅ ਕਿਸਾਨਾਂ ਦਾ ਆਉਣਾ ਸ਼ੁਰੂ ਹੋ ਗਿਆ। ਔਰ ਇਹੀ ਸਿਰਫ ਜਿਹੜਾ ਵਾ ਕਿ ਇਹਨਾਂ ਨਾਲ ਬੈਠ ਕੇ ਇਸ ਮਾਮਲੇ ਨੂੰ ਨਿਪਟਾਉਣਾ ਚਾਹੀਦਾ। ਕਿਸਾਨ ਜਿਹੜਾ ਦੇਖੋ ਅੰਨਦਾਤਾ ਔਰ ਸੜਕਾਂ ਦੇ ਉੱਤੇ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਚੱਲ ਰਿਹਾ, ਹੁਣ ਇਸ ਗੱਲ ਨੂੰ ਕਿਤੇ ਨਾ ਕਿਤੇ ਖਤਮ ਕਰਨਾ ਚਾਹੀਦਾ ਕਿਉਂਕਿ 2 ਮਹੀਨੇ ਇਹਦਾ ਸੰਤਾਪ ਸਭ ਤੋਂ ਜ਼ਿਆਦਾ ਪੰਜਾਬ ਨੇ ਭੋਗਿਆ। ਮਾਲ ਗੱਡੀਆਂ, ਟ੍ਰੇਨਾਂ ਬੰਦ ਰਹੀਆਂ, ਲੋਕਾਂ ਦੇ ਕਾਰੋਬਾਰ ਬੰਦ ਰਹੇ ਨੇ। ਇਸ ਕਰਕੇ ਹੁਣ ਪੰਜਾਬ ਵੀ ਜਿਹੜੀ ਆ ਦੇਸ਼ ਦੀ ਅਰਥ ਵਿਵਸਥਾ ਤੇ ਪੰਜਾਬ ਦੀ ਅਰਥ ਵਿਵਸਥਾ ਤੇ ਵੀ ਇਹਦਾ ਬਹੁਤ ਵੱਡਾ ਫਰਕ ਪੈਣਾ ਸ਼ੁਰੂ ਹੋ ਗਿਆ। ਹੁਣ ਇਸ ਗੱਲਬਾਤ ਦਾ ਕੋਈ ਨਾ ਕੋਈ ਸਿੱਟਾ ਨਿਕਲਣ ਦੀ ਉਮੀਦ ਹੈ ਕਿਉਂਕਿ ਕਿਸਾਨਾਂ ਨੇ ਆਪਣਾ ਪ੍ਰੈਸ਼ਰ ਬਹੁਤ ਜ਼ਿਆਦਾ ਮੇਨਟੇਨ ਕਰਤਾ ਹੋਇਆ। ਦਬਾਅ ਦੇ ਉੱਤੇ ਕੇਂਦਰ ਸਰਕਾਰ ਆ ਗਈ ਹੈ ਔਰ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਹੁਣ ਇਹਨਾਂ ਦੀ 3 ਤਰੀਕ ਦੀ ਮੀਟਿੰਗ ਹੋਏਗੀ, ਇਹਦੇ ਕੋਈ ਨਾ ਕੋਈ ਵਧੀਆ ਸਿੱਟੇ ਨਿਕਲਣਗੇ ਕਿਉਂਕਿ ਸਰਕਾਰ ਵੀ ਚੰਗੇ ਤਰੀਕੇ ਨਾਲ ਗੱਲਬਾਤ ਕਰਨ ਨੂੰ ਤਿਆਰ ਹੈ ਤੇ ਕਿਸਾਨ ਵੀ ਗੱਲਬਾਤ ਕਰਨ ਨੂੰ ਤਿਆਰ ਹੈ ਜੀ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ ਸਰਕਾਰ ਵੱਲੋਂ ਹੱਦਾਂ ਸੀਲ ਕਰਨ ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ ਤੇ ਨਾਲੋਂ ਨਾਲ ਕੈਪਟਨ ਅਮਰਿੰਦਰ ਸਿੰਘ ਤੇ ਖੱਟੜ ਆਮੋ ਸਾਹਮਣੇ ਹੋ ਗਏ ਨੇ। ਕੀ ਲੱਗਦਾ ਹੈ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਬਿਲਕੁਲ ਦੇਖੋ, ਦਿੱਲੀ ਸਾਡੇ ਦੇਸ਼ ਦੀ ਰਾਜਧਾਨੀ ਹੈ ਜੀ। ਜਿਹੜਾ ਕਿਸਾਨ ਜਥੇਬੰਦੀਆਂ ਦਾ ਸਾਫ਼ ਕਹਿਣਾ ਹੈ ਕਿ ਇਹ ਸੋਚਣਾ ਆਮ ਨਾਗਰਿਕ ਦਾ ਕਿ ਦਿੱਲੀ ਸਾਡੀ ਰਾਜਧਾਨੀ ਹੈ। ਜੇ ਮੇਰੇ ਬਾਪ ਨੇ ਗੱਲ ਨਹੀਂ ਸੁਣਨੀ ਤਾਂ ਮੈਂ ਦਾਦੇ ਨੂੰ ਗੱਲ ਆਪਣੀ ਸ਼ਿਕਾਇਤ ਕਰਨ ਦਾ ਹੱਕਦਾਰ ਹਾਂ। ਜੇ ਕਿਸਾਨ ਸ਼ਾਂਤੀਪੂਰਵਕ ਤਰੀਕੇ ਨਾਲ ਅੰਦੋਲਨ ਤੇ ਦਿੱਲੀ ਤੇ ਜਾ ਰਹੇ ਆ, ਉਹਨਾਂ ਨੂੰ ਭੜਕਾਉਣਾ ਨਹੀਂ ਚਾਹੀਦਾ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਸਿਰਫ ਤੇ ਸਿਰਫ ਕਹਿਣ ਦਾ ਇੰਨਾ ਮਕਸਦ ਹੈ ਕਿ ਕਿਸਾਨਾਂ ਨੂੰ ਇੰਨੀ ਕੁ ਪਾਵਰ ਨਾਲ ਇਸਤੇਮਾਲ ਕਰੋ ਕਿ ਅੰਦੋਲਨ ਹਿੰਸਕ ਹੋ ਜਾਵੇ, ਬਾਅਦ ਦੇ ਵਿੱਚ ਬੇਕਾਬੂ ਹੋ ਜਾਵੇ ਤੇ ਸਾਡੇ ਕੋਲ ਸਾਂਭਿਆ ਨਾ ਜਾਵੇ ਕਿਸੇ ਕੋਲੋਂ। ਔਰ ਠੀਕ ਹੈ, ਤੁਸੀਂ ਜਾਣਾ ਚਾਹੁੰਦੇ ਹੋ, ਤੁਸੀਂ ਉਹਨਾਂ ਨਾਲ ਬੜੇ ਸ਼ਾਂਤੀਪੂਰਵਕ ਤਰੀਕੇ ਨਾਲ ਉਹਨਾਂ ਲਈ ਉੱਥੇ ਇੰਤਜ਼ਾਮ ਕਰਾਓ। ਹਾਈਵੇ ਆ, ਹਾਈਵੇ ਤੇ ਜਾਣ ਦਿਓ, ਜਾ ਕੇ ਦਿੱਲੀ ਆਪਣੀ ਗੱਲ ਰੱਖਣ,
जाके प्रधानमंत्री होਰਾਂ ਨਾਲ ਉਹਨਾਂ ਦੀ ਮੰਤਰੀ ਮੰਡਲ ਨਾਲ ਗੱਲ ਕਰਨ। अन्ना हजारे जी ने अंदोलन किया और उस तो बाद बाबा रामदेव ने अंदोलन किया। दिल्ली ਦੇ ਵਿੱਚ अंदोलन ਹੁੰਦੇ ਆਏ ਨੇ जंतर मंतर 'ਚ रामलीला ग्राउंड 'ਚ अंदोलन ਹੁੰਦੇ ਆਏ ਨੇ और लेकिन अंदोलन भारतीय लोकतंत्र ਦਾ ਇੱਕ ਹਿੱਸਾ ਹੈ। ਤੁਸੀਂ ਸ਼ਾਂਤੀਪੂਰਵਕ ਡੈਮੋਕ੍ਰੈਟਿਕ ਢੰਗ ਦੇ ਨਾਲ ਇੱਥੇ ਅੰਦੋਲਨ ਕਰ ਸਕਦੇ ਹੋ। ਸਾਨੂੰ ਸੰਵਿਧਾਨ ਦੇ ਵਿੱਚ ਇਹਦੀ ਸਾਨੂੰ ਇਜਾਜ਼ਤ ਦਿੱਤੀ ਗਈ ਹੈ। ਸੰਵਿਧਾਨ 'ਚ ਸਾਡਾ ਇਹ ਫਰਜ਼ ਹੈਗਾ और ਜੇ ਕਿਸਾਨ ਆਪਣੀ ਗੱਲ ਰੱਖਣਾ ਚਾਹੁੰਦੇ ਆ ਜਾਣ ਦੇਣਾ ਚਾਹੀਦਾ। ਲੇਕਿਨ ਕਿਸੇ ਤਰੀਕੇ ਦਾ ਉਹਨਾਂ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਇਹੀ ਹੈਗਾ ਵੀ ਇਹਨਾਂ 'ਤੇ ਤਾਕਤ ਦਾ ਇਸਤੇਮਾਲ ਨਾ ਕਰੋ। ਜਿੱਦਾਂ ਤੁਸੀਂ ਵੱਡੇ ਪੱਥਰ ਰੱਖ ਦਿੱਤੇ, ਥਰੂ ਗੈਸ ਦੇ ਗੋਲੇ ਸੁੱਟਣੇ ਸ਼ੁਰੂ ਕਰ ਦਿੱਤੇ, ਹਿੰਸਕ ਹੋ ਸਕਦੇ ਨੇ ਕਿਸਾਨ। ਪਾਣੀ ਦੀਆਂ ਬੁਛਾਰਾਂ ਸੁੱਟੀਆਂ ਗਈਆਂ ਨੇ। ਔਰ ਦੂਜੇ ਪਾਸੇ ਜਿਹੜਾ ਖੱਟਰ ਜਿਹੜੇ ਨੇ ਉੱਥੇ ਦੇ ਮਨੋਹਰ ਲਾਲ ਖੱਟਰ ਨੇ ਹਰਿਆਣਾ ਦੇ ਮੁੱਖ ਮੰਤਰੀ, ਉਹਨਾਂ ਦਾ ਆਪਣਾ ਕਹਿਣਾ ਹੈਗਾ ਕਿ ਇਸ ਅੰਦੋਲਨ ਨੂੰ ਕੈਪਟਨ ਅਮਰਿੰਦਰ ਸਿੰਘ ਹਵਾ ਦੇ ਰਹੇ ਨੇ। ਔਰ ਲੇਕਿਨ ਮੈਂ ਇਸ ਇਹ ਦੱਸਣਾ ਚਾਹੁੰਦਾ ਕਿ ਹਰਿਆਣਾ ਦੇ ਕਿਸਾਨ ਵੀ ਦਿੱਲੀ ਜਾ ਰਹੇ ਨੇ, ਪੰਜਾਬ ਦੇ ਕਿਸਾਨ ਦਿੱਲੀ ਜਾ ਰਹੇ ਨੇ, ਹੋਰ ਰਾਜਾਂ ਦੇ ਕਿਸਾਨ, ਹਰਿਆਣਾ ਦੇ ਖੁਦ ਦੇ ਕਿਸਾਨ ਦਿੱਲੀ ਜਾ ਰਹੇ ਨੇ। ਤੇ ਜੇ ਉਹ ਕਿਸਾਨ ਦਿੱਲੀ ਜਾ ਰਹੇ ਨੇ ਤਾਂ ਉਹਨਾਂ ਨੂੰ ਹਵਾ ਕੌਣ ਦੇ ਰਿਹਾ? ਉਹਨਾਂ ਨੂੰ ਹਵਾ ਕੈਪਟਨ ਅਮਰਿੰਦਰ ਸਿੰਘ ਨਹੀਂ ਦੇ ਰਿਹਾ। ਸੋ ਇਹ ਕਿਸਾਨਾਂ ਦੀ ਗੱਲ ਹੈ, ਕਿਸਾਨਾਂ ਦੇ ਜਜ਼ਬਾਤ ਜੁੜੇ ਆ, ਉਹਨਾਂ ਦੀ ਜ਼ਮੀਨ ਉਹਨਾਂ ਦੀ ਮਾਂ ਹੈ। ਇਹਦੇ ਉੱਤੇ ਰਾਜਨੀਤੀ ਬੰਦ ਹੋਣੀ ਚਾਹੀਦੀ ਹੈ। ਇਹ ਸੋਚਣਾ ਚਾਹੀਦਾ ਕਿ ਅਸੀਂ ਕੇਂਦਰ ਸਰਕਾਰ ਨਾਲ ਮੀਡੀਏਸ਼ਨ ਕਰ ਲੈਣ। ਆਪ ਖੱਟਰ ਸਰਕਾਰ ਜਿਹੜੀ ਹੈ ਔਰ ਕੈਪਟਨ ਅਮਰਿੰਦਰ ਸਿੰਘ ਆਪ ਵਿਚੋਲੇ ਬਣ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨਾਲ ਇਸ ਟੌਪਿਕ ਦੇ ਉੱਤੇ ਗੱਲ ਕਰਨ, ਮਾਮਲੇ ਨੂੰ ਨਿਪਟਾਉਣ। ਜੀ, ਇਸ ਦੇ ਨਾਲ ਹੀ ਅਗਲੀ ਅਹਿਮ ਖਬਰ ਦੇ ਅਨੁਸਾਰ ਕੱਲ੍ਹ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿਹੜਾ ਬਿਆਨ ਹੈ ਉਹ ਸਾਹਮਣੇ ਆਇਆ ਤੇ ਇਸ ਅਨੁਸਾਰ ਉਹਨਾਂ ਨੇ ਕਿਹਾ ਕਿ ਇੱਕ ਦੇਸ਼ ਇੱਕ ਚੋਣ ਹੋਣੀ ਚਾਹੀਦੀ ਹੈ। ਤੁਹਾਡੇ ਕੀ ਵਿਚਾਰ ਨੇ ਇਸ ਬਾਰੇ? ਇਹ ਵੈਸੇ ਤਾਂ ਪ੍ਰਧਾਨ ਮੰਤਰੀ ਦੀ ਗੱਲ ਬਿਲਕੁਲ ਸਹੀ ਹੈ ਨਰਿੰਦਰ ਮੋਦੀ ਜੀ ਦੀ ਕਿ ਇੱਕ ਦੇਸ਼ ਇੱਕ ਚੋਣ ਹੋਣੀ ਚਾਹੀਦੀ ਹੈ। ਕਿਉਂਕਿ ਦੇਖੋ ਹੁਣ ਜਿਵੇਂ ਬਿਹਾਰ ਦੀਆਂ ਚੋਣਾਂ ਹੋਈਆਂ, ਅੱਗੋਂ ਬੰਗਾਲ ਦੀਆਂ ਚੋਣਾਂ ਦੇ ਉੱਤੇ ਦੇਸ਼ ਲੱਗ ਗਿਆ, ਪੂਰੀ ਪਾਰਟੀ ਲੱਗ ਗਈ ਆ, ਪੂਰੀ ਸਰਕਾਰ ਕੇਂਦਰ ਦਾ ਧਿਆਨ ਉੱਧਰ ਲੱਗ ਗਿਆ। ਉਸ ਤੋਂ ਬਾਅਦ ਉੱਥੋਂ ਹਟਣੀਆਂ ਅਸਾਮ ਦੀਆਂ, ਅਸਾਮ ਤੋਂ ਬਾਅਦ ਪੰਜਾਬ ਦੀਆਂ ਚੋਣਾਂ, ਪੰਜਾਬ ਤੋਂ ਬਾਅਦ ਫਿਰ ਵਿਚਕਾਰ ਯੂਪੀ ਦੀਆਂ ਚੋਣਾਂ ਆ ਜਾਣੀਆਂ। ਮਤਲਬ ਇਹ ਸਾਰਾ ਦੇਸ਼ ਜਿਹੜਾ ਵਾ ਇਹ ਇਸੇ ਚੱਕਰ 'ਚ ਲੱਗਾ ਰਹਿੰਦਾ ਕਿ ਕਿਉਂਕਿ ਵੱਡੇ ਸੂਬੇ ਨੇ ਕਈ ਔਰ ਹਮੇਸ਼ਾ ਰਾਜਨੀਤੀ ਸਾਰੀ ਗਰਮਾ ਜਾਂਦੀ ਹੈ। ਇਲੈਕਸ਼ਨ ਕਮਿਸ਼ਨ ਨੂੰ ਵਰਕ ਕਰਨਾ ਪੈਂਦਾ ਵਾ ਸਾਰੀ। ਫਿਰ ਉਸ ਤੋਂ ਬਾਅਦ ਕਈ ਸਟੇਟਾਂ ਇਹੋ ਜਿਹੀਆਂ ਜਿੱਥੇ ਬਾਹਰੋਂ ਤੁਹਾਨੂੰ ਫੋਰਸਿਸ ਮੰਗਾਉਣੀਆਂ ਪੈਂਦੀਆਂ, ਜਿਹਨੂੰ ਆਪਾਂ ਅਰਧ ਸੈਨਿਕ ਬਲ ਕਹਿੰਦੇ ਹਾਂ। ਕਿਉਂਕਿ ਇਲੈਕਸ਼ਨਸ ਦੇ ਵਿੱਚ ਹਮੇਸ਼ਾ ਇਹ ਮੰਗ ਉੱਠਦੀ ਹੈ ਜਿਹੜੀਆਂ ਪਾਰਟੀਆਂ ਹੁੰਦੀਆਂ ਕਿ ਇੱਥੇ ਅਰਧ ਸੈਨਿਕ ਬਲ ਲਗਾਓ, ਇੱਥੇ ਜਿਹੜੀਆਂ ਸੈਂਟਰ ਫੋਰਸਿਸ ਲਗਾਓ, ਕਿਉਂਕਿ ਇੱਥੇ ਕੈਪਚਰਿੰਗ ਹੋ ਸਕਦੀ ਹੈ, ਬਦਮਾਸ਼ੀ ਹੋ ਸਕਦੀ ਹੈ, ਬੂਥ ਮਤਲਬ ਜਿਹੜੇ ਹੈ ਸੱਤਾਧਾਰੀ ਧਲ ਜਿਹੜਾ ਇੱਥੇ ਹੋਰ ਸਾਡੇ 'ਤੇ ਟਾਹਾ ਲਾ ਸਕਦਾ। ਇਸ ਕਰਕੇ ਬਈ ਉਹਦੇ ਵਿੱਚ ਆਰਮਡ ਫੋਰਸਿਸ ਲਗਾਈਆਂ ਜਾਂਦੀਆਂ, ਸੈਂਟਰ ਤੋਂ ਭੇਜੀਆਂ ਜਾਂਦੀਆਂ, ਲੇਕਿਨ ਉਹਦੇ ਉੱਤੇ ਖਰਚਾ ਹੁੰਦਾ ਬਹੁਤ ਵੱਡਾ ਔਰ ਉਹਦੇ 'ਚ ਟਾਈਮ ਕਿੰਨਾ ਵੇਸਟ ਹੁੰਦਾ। ਬਿਊਰੋਕ੍ਰੇਸੀ ਸਿਰਫ ਐਸੇ ਕੰਮ 'ਤੇ ਲੱਗੀ ਰਹਿੰਦੀ ਹੈ ਕਿ ਮੈਂ ਬਿਹਾਰ ਚੋਣ ਕਰਾਉਣ ਜਾ ਰਿਹਾ। ਹੁਣ ਮੰਨ ਲਓ ਪੰਜਾਬ ਦੇ ਜਿਹੜੇ IAS ਅਫਸਰ ਹੈ ਬਿਹਾਰ ਚੋਣ ਕਰਾਉਣ ਚਲੇ ਗਏ ਔਰ 10 ਦਿਨ ਸੂਬਾ ਠੱਪ ਹੋ ਗਿਆ, ਪੰਜਾਬ ਦੇ ਕਈ ਵੱਡੇ ਵੱਡੇ ਸੀਨੀਅਰ ਅਫਸਰ ਚਲੇ ਗਏ। ਜੇ ਇਹੀ ਇੱਕ ਦੇਸ਼ ਇੱਕ ਚੋਣ, ਇੱਕ ਸਟੇਟ ਤੇ ਇੱਕ ਰਾਸ਼ਟਰ ਦੀ ਚੋਣ ਇਕੱਠੀ ਹੋ ਜੇ, ਪਤਾ ਲੱਗ ਜੇ ਕਿ ਇਹ 15 ਦਿਨ ਚੋਣਾਂ ਦੇ ਵਿੱਚ ਹੀ ਲੰਘਣੇ ਆ, ਇਹਦੇ ਵਿੱਚ ਹੀ ਪੰਜਾਬ ਦੀਆਂ ਹੋ ਗਈਆਂ, ਇਹਦੇ 'ਚ ਹੀ ਬਿਹਾਰ ਦੀਆਂ ਹੋ ਗਈਆਂ, ਤੇ ਇਹਦੇ ਨਾਲ ਘੱਟੋ ਘੱਟ ਸਟੇਟਾਂ ਦਾ ਕੰਮਕਾਜ ਜਿਹੜੇ ਉਸ ਤੋਂ ਬਾਅਦ ਆਪਾਂ ਇਲੈਕਸ਼ਨ ਕੋਡ ਲੱਗਦੇ ਨੇ 15-15 20 ਦਿਨ ਇੱਕ ਮਹੀਨੇ ਦੀ ਬੰਦ ਰਹਿੰਦੀ, ਉੱਥੇ ਤੁਸੀਂ ਨਾ ਸੈਂਟਰ ਗੌਰਮੈਂਟ ਉੱਥੇ ਕੁਝ ਫੰਡ ਦੇ ਸਕਦੀ ਹੈ ਨਾ ਕੁਝ। ਇਹ ਸਾਰੀਆਂ ਚੀਜ਼ਾਂ ਤੋਂ ਬਾਹਰ ਆ ਕੇ ਦੇਸ਼ ਇੱਕ ਤਰੱਕੀ ਦੀ ਰਾਹ ਵੱਲ, ਵਿਕਾਸ ਦੀ ਪੱਟਰੀ ਦੇ ਉੱਤੇ ਬੈਠ ਜਾਏ। ਜੀ, ਇਸ ਦੇ ਨਾਲ ਹੀ ਅਗਲੀ ਅਹਿਮ ਖਬਰ ਦੱਸਦੀ ਹੈ ਕਿ ਅੱਜ SGPC ਦੀਆਂ ਚੋਣਾਂ ਹੋਣ ਵਾਲੀਆਂ ਨੇ ਤੇ ਇਹਨਾਂ ਚੋਣਾਂ ਦੇ ਵਿੱਚ ਪ੍ਰਧਾਨ ਦੀ ਚੋਣ ਦੇ ਲਈ ਸੁਖਬੀਰ ਸਿੰਘ ਬਾਦਲ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਗਏ ਨੇ। ਤੁਹਾਡੇ ਕੀ ਵਿਚਾਰ ਨੇ ਇਸ ਬਾਰੇ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਹੈ ਹੀ ਅਕਾਲੀ ਦਲ ਦਾ ਇੱਕ ਪਾਰਟ ਹੈ। ਅਕਾਲੀ ਦਲ ਬਾਦਲ ਜਿਹੜਾ ਉਹਦੇ ਉੱਤੇ ਲਗਾਤਾਰ ਕਾਬਜ ਰਿਹਾ ਸ਼ੁਰੂ ਤੋਂ ਲੈ ਕੇ ਹੁਣ ਤੱਕ। ਔਰ ਪਰ ਲੇਕਿਨ ਗੱਲ ਇਹ ਹੈਗੀ ਹੈ ਕਿ ਸੁਖਬੀਰ ਸਿੰਘ ਬਾਦਲ ਹਮੇਸ਼ਾ ਕਹਿੰਦੇ ਆਏ ਨੇ ਕਿ ਮੇਰਾ SGPC ਦੇ ਕੰਮ 'ਚ ਦਖਲਅੰਦਾਜ਼ੀ ਨਹੀਂ ਹੈ। ਜਿਹੜੀ ਗੱਲ ਅੱਜ ਤੱਕ ਸੁਖਬੀਰ ਸਿੰਘ ਬਾਦਲ ਔਰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਆਏ ਨੇ ਕਿ ਸਾਡਾ SGPC ਦੇ ਕੰਮਕਾਜ ਦੇ ਵਿੱਚ ਦਖਲਅੰਦਾਜ਼ੀ ਕੁਝ ਨਹੀਂ ਹੈ। ਲੇਕਿਨ ਫਿਰ SGPC ਦਾ ਪ੍ਰਧਾਨ ਹਮੇਸ਼ਾ ਪੋਲੀਟੀਕਲ ਲੱਗਦਾ ਆਇਆ, ਭਾਵੇਂ ਉਹ ਬੀਬੀ ਜਗੀਰ ਕੌਰ ਰਹੇ ਨੇ, ਭਾਵੇਂ ਗੋਬਿੰਦ ਸਿੰਘ ਲੌਂਗੋਵਾਲ ਰਹੇ ਨੇ। ਇਹ ਅਕਾਲੀ ਦਲ ਦੇ ਬੜੇ ਵੱਡੇ ਲੀਡਰ ਨੇ। ਔਰ ਹੁਣ ਦੇਖੋ, ਕਿਉਂਕਿ ਅੱਜ ਜਿਹੜਾ ਵਾ ਪ੍ਰਧਾਨਗੀ ਦੇ ਉੱਤੇ ਸੁਖਬੀਰ ਸਿੰਘ ਬਾਦਲ ਵੱਲੋਂ ਅਨਾਊਂਸਮੈਂਟ ਹੋਣੀ ਹੈ ਔਰ ਗੋਬਿੰਦ ਸਿੰਘ ਲੌਂਗੋਵਾਲ ਇੱਕ ਦੌੜ 'ਚ ਨੇ। SGPC ਦੇ ਪ੍ਰਧਾਨ ਜਿਹੜੇ ਮੌਜੂਦਾ ਨੇ ਉਹਨਾਂ ਨੂੰ ਉਹ ਚਾਹੁੰਦੇ ਨੇ ਕਿ ਮੈਨੂੰ ਦੁਬਾਰਾ ਬਣਾਤਾ ਜਾਵੇ। ਜਥੇਦਾਰ ਤੋਤਾ ਸਿੰਘ ਨੇ ਜਿਹੜੇ ਕਿ ਪੰਜਾਬ ਦੇ ਐਗਰੀਕਲਚਰ ਐਕਸ ਮਿਨਿਸਟਰ ਨੇ, ਉਹ ਕਹਿੰਦੇ ਬਈ ਮੇਰਾ ਤਜਰਬਾ ਲੈ ਲਓ, ਕੋਈ ਨਵਾਂ ਕੰਮ ਕਰਕੇ ਦੇਵਾਂਗੇ, ਮੈਨੂੰ ਲਿਆ ਦਿਓ ਅੱਗੇ SGPC। ਉਹਨਾਂ ਨੇ ਵੀ ਬਾਦਲ ਸਾਹਿਬ ਨੂੰ ਕਿਹਾ ਕਿ ਮੈਂ ਬਣਨਾ ਚਾਹੁੰਦਾ। ਔਰ ਉਸ ਤੋਂ ਇਲਾਵਾ ਬੀਬੀ ਜਗੀਰ ਕੌਰ ਜਿਹੜੇ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਨੇ ਮਹਿਲਾ ਵਿੰਗ ਦੇ, ਉਹ ਅੱਗੇ ਵੀ ਰਹਿ ਚੁੱਕੇ ਨੇ। ਬੀਬੀ ਜਗੀਰ ਕੌਰ ਪੰਜਾਬ ਦੇ ਮੰਤਰੀ ਵੀ ਰਹਿ ਚੁੱਕੇ ਨੇ। ਉਹ ਵੀ ਇੱਕ ਵਾਰ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ ਲਈ ਉਤਾਵਲੇ ਨੇ। ਉਹਨਾਂ ਨੇ ਵੀ ਆਪਣੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ
ਮੈਨੂੰ ਦੁਬਾਰਾ ਪ੍ਰਧਾਨਗੀ ਦਿੱਤੀ ਜਾਵੇ। ਲੇਕਿਨ ਫਿਲਹਾਲ ਜਿੱਦਾਂ ਦੇ ਅੱਜ ਕੱਲ੍ਹ ਸਮੀਕਰਨ ਲੱਗ ਰਹੇ ਨੇ ਉਹਦੇ 'ਚ ਲੱਗ ਰਿਹਾ ਕਿ ਭਾਈ ਗੋਬਿੰਦ ਸਿੰਘ ਲੋਂਗੋਵਾਲ ਔਰ ਬਾਦਲ ਪਰਿਵਾਰ ਦੀ ਟਿਊਨਿੰਗ ਬਹੁਤ ਅੱਛੀ ਹੈ, ਕਿਉਂਕਿ ਜਿੱਦਾਂ ਗੋਬਿੰਦ ਸਿੰਘ ਲੋਂਗੋਵਾਲ ਨੇ ਵਰਕ ਕੀਤਾ, ਬਾਦਲ ਪਰਿਵਾਰ ਨੂੰ ਜਿੱਦਾਂ ਦੀਆਂ ਚਾਹੀਦੀਆਂ ਸੀਗੀਆਂ SGPC ਕੋਲੋਂ ਗਾਈਡਲਾਈਨਸ ਉਹ ਸਾਰੀਆਂ ਉਹਨਾਂ ਨੇ ਲਾਗੂ ਕਰਵਾਈਆਂ, ਔਰ ਇਹ ਲੱਗਦਾ ਹੈ ਕਿ ਗੋਬਿੰਦ ਸਿੰਘ ਲੋਂਗੋਵਾਲ ਨੂੰ ਬਾਦਲ ਪਰਿਵਾਰ ਦੁਆਰਾ ਮੌਕਾ ਦੇਵੇਗਾ। ਲੇਕਿਨ ਗੱਲ ਇਹ ਹੈਗੀ ਹੈ ਕਿ ਇੱਕ ਧਾਰਮਿਕ ਸੰਸਥਾ, ਇਹਦੇ 'ਚ ਪੋਲੀਟੀਕਲ ਪਰਸਨਸ ਜਿਹੜੇ ਲੋਕ ਨੇ ਉਹਨਾਂ ਨੂੰ ਤਾਂ ਵੈਸੇ ਨਹੀਂ ਆਉਣਾ ਚਾਹੀਦਾ, ਕਿਉਂਕਿ ਹਮੇਸ਼ਾ ਜਿਹੜਾ ਵਾ ਇਸੇ ਚੀਜ਼ ਦੀ ਹੁਣ ਮੰਗ ਬੜੀ ਜ਼ੋਰਦਾਰ ਉੱਠਦੀ ਆਈ ਹੈ ਕਿ ਰਾਜਨੀਤਿਕ ਔਰ ਧਰਮ ਦੋਨਾਂ ਨੂੰ ਅਲੱਗ ਕਰ ਦੇਣਾ ਚਾਹੀਦਾ। ਧਰਮ ਦੇ ਵਿੱਚ ਰਾਜਨੀਤੀ ਦੀ ਦਖਲਅੰਦਾਜ਼ੀ ਕਰਨ ਦੇ ਨਾਲ ਬਹੁਤ ਵੱਡਾ ਨੁਕਸਾਨ ਹੁੰਦਾ, ਔਰ ਲੇਕਿਨ ਅਕਾਲੀ ਦਲ ਜਿਹੜਾ ਵਾ ਉਹ ਧਰਮ ਤੇ ਰਾਜਨੀਤੀ ਨੂੰ ਇਕੱਠਾ ਲੈ ਕੇ ਚੱਲ ਰਿਹਾ, ਔਰ ਇਸੇ ਕਰਕੇ ਜਿਹੜਾ ਪੰਜਾਬ ਦੇ ਵਿੱਚ ਬੜਾ ਇਸ SGPC ਨੂੰ ਲੈ ਕੇ ਸ਼ੋਰ ਸ਼ਰਾਬਾ ਬਹੁਤ ਹੁੰਦਾ। ਜੀ, ਗੱਲ ਕਰੀਏ ਕਰੋਨਾ ਮਹਾਮਾਰੀ ਦੀ ਤਾਂ ਇੱਕ ਪਾਸੇ ਭਾਰਤ ਦੇ ਵਿੱਚ ਦੂਜੀ ਲਹਿਰ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਇਸ ਭਿਆਨਕ ਸਮੇਂ ਦੇ ਵਿੱਚ ICMR ਯਾਨੀ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਦੇ ਸਾਬਕਾ ਵਿਗਿਆਨੀ ਨੇ ਸਵਾਲੀਆ ਨਿਸ਼ਾਨ ਖੜੇ ਕੀਤੇ ਨੇ ਐਂਟੀਜਨ ਟੈਸਟ ਤੇ। ਪੂਰਾ ਮਾਮਲਾ ਕੀ ਹੈ? ਇਸ਼ੂ ਦੇਖੋ, ਐਂਟੀਜਨ ਟੈਸਟ ਹੁੰਦਾ ਕਿ ਰੈਪਿਡ ਟੈਸਟ ਹੁੰਦਾ ਕਿ ਤੁਸੀਂ ਉਸੇ ਟਾਈਮ ਕਿੱਟ ਦੇ ਨਾਲ ਟੈਸਟ ਕੀਤਾ ਤੇ ਆਪਣੇ ਸਰੀਰ ਦੇ ਵਿੱਚ ਦੇਖਣਾ ਕਿ ਇਹਦੇ ਨਾਲ ਵਾਇਰਸ ਦੀ ਲੜਨ ਦੀ ਸ਼ਮਤਾ ਇਹਦੇ ਵਿੱਚ ਪੈਦਾ ਹੋਈ ਹੈ। ਜੇ ਵਾਇਰਸ ਨਾਲ ਲੜਨ ਦੀ ਸ਼ਮਤਾ ਪੈਦਾ ਹੋਈ ਹੈ ਤੇ ਇਹਨੂੰ ਕਰੋਨਾ ਤੇ ਇਹਨਾਂ ਨੂੰ ਜਿਹੜਾ ਵਾ ਇਹਨਾਂ ਨੂੰ ਆਈਸੋਲੇਟ ਕਰ ਦਿਓ, ਘਰ ਬਿਠਾ ਦਿਓ, ਜੋ ਵੀ ਹੈਗਾ। ਲੇਕਿਨ ਗੱਲ ਇਹ ਹੈਗੀ ਹੈ ਕਿ ਤੁਹਾਡੇ ਅੰਦਰ ਵਾਇਰਸ ਨਾਲ ਲੜਨ ਦੀ ਸ਼ਮਤਾ ਕੱਲੀ ਕਰੋਨਾ ਨਾਲ ਥੋੜਾ ਪੈਦਾ ਹੋ ਰਹੀ ਹੈ, ਕਿਸੇ ਹੋਰ ਵੀ ਵਾਇਰਸ ਉੱਦਾਂ ਵੀ ਚੱਲਦੇ ਨੇ, ਆਪਣੇ ਸੀਜ਼ਨਲ ਵਾਇਰਸ ਵੀ ਹੈਗੇ ਨੇ ਇੰਡੀਆ ਦੇ ਵਿੱਚ। ਸੋ ਐਂਟੀਬਾਡੀ ਤਾਂ ਸਾਡੇ ਅੰਦਰ ਉੱਦਾਂ ਡਿਵੈਲਪ ਹੁੰਦੀਆਂ ਹੀ ਰਹਿੰਦੀਆਂ, ਅਸੀਂ ਫੂਡ ਹੀ ਇੱਦਾਂ ਦਾ ਖਾ ਲੈਂਦੇ ਕਈ ਵਾਰੀ ਐਂਟੀਬਾਡੀ ਡਿਵੈਲਪ। ਲੇਕਿਨ ਗੱਲ ਇਹ ਹੈ ਕਿ ਉਹਦੇ ਵਿੱਚੋਂ 40% ਟੈਸਟ ਜਿਹੜੇ ਆ ਉਹ ਗਲਤ ਹੋ ਰਹੇ ਨੇ, ਔਰ ਉਹ ਗਲਤ ਹੋਣ ਦੇ ਨਾਲ ਹਜੇ ਵੀ ਬਿਹਾਰ ਔਰ ਤੇਲੰਗਾਨਾ ਵਰਗੀਆਂ ਕਈ ਸਟੇਟਾਂ ਹੈਗੀਆਂ ਜਿੱਥੇ ਐਂਟੀਜਨ ਟੈਸਟ ਜਿਹੜਾ ਪ੍ਰੈਫਰ ਕੀਤਾ ਜਾਂਦਾ, ਔਰ ਉੱਥੇ 80% ਟੈਸਟ ਜਿਹੜੇ ਐਂਟੀਬਾਡੀ ਟੈਸਟ ਕੀਤਾ ਜਾਂਦਾ। ਉਸੇ ਟਾਈਮ ਕਹਿ ਦਿੰਦੇ ਤੈਨੂੰ ਹੈ ਜਾਂ ਨਹੀਂ ਹੈ, ਹੁੰਦਾ ਹੈ ਨਹੀਂ ਉਹਦੇ ਨਾਲ, ਲੇਕਿਨ ਅਸਲੀ ਜਿਹੜੇ ਕਰੋਨਾ ਦੇ ਉਹਦੇ ਨਾਲ ਮਰੀਜ਼ ਹੈਗੇ ਆ ਉਹ ਲੁਕੇ ਰਹਿ ਜਾਂਦੇ ਹੈਗੇ ਆ। ਔਰ ਕਿਉਂਕਿ ਜਿਹੜਾ ਇਸੇ ਕਰਕੇ ਜਿਹੜਾ ਇਹ ਸਟੇਟਾਂ ਦੇ ਵਿੱਚ ਜਿਹੜਾ ਵਾ ਕਰੋਨਾ ਜਿਹੜਾ ਵਾ ਹਜੇ ਤੱਕ ਉਹਦੀ ਕਲੀਅਰ ਨਹੀਂ ਪਿਕਚਰ ਹੋ ਸਕੀ ਹੈਗੀ, ਇਸ ਕਰਕੇ ਇਹਦੇ ਉੱਤੇ ਸਵਾਲ ਤਾਂ ਇੱਥੇ ਤਾਂ ਕਈ ਐਗਜ਼ਾਮਪਲਾਂ ਹੈਗੀਆਂ। ਇੱਥੇ ਤਾਂ ਇੱਕ ਦਿਨ ਐਂਟੀਜਨ ਟੈਸਟ ਜਿਹੜਾ ਵਾ ਉਹ ਜਦੋਂ ਚੈੱਕ ਕੀਤਾ, ਇੱਕ ਡਾਕਟਰ ਸੀਗੇ ਉਹਨਾਂ ਦਾ ਪੋਜ਼ਿਟਿਵ ਆ ਗਿਆ ਆਪਣਾ, ਤੇ ਉਹਨਾਂ ਨੇ ਆਪਣਾ ਨੂੰ ਆਈਸੋਲੇਟ ਕੀਤਾ, ਲੇਕਿਨ ਜਦੋਂ ਉਹਨਾਂ ਨੇ ਕਰੋਨਾ ਦਾ ਦੂਜਾ ਟੈਸਟ ਕਰਾਇਆ ਆਪਣੇ ਨੱਕ ਵਾਲਾ ਤਾਂ ਉਹਦੇ ਵਿੱਚ ਉਹਨਾਂ ਦੀ ਰਿਪੋਰਟ ਨੈਗੇਟਿਵ ਆ ਗਈ। ਸੋ ਇਹ ਜਿਹੜੀਆਂ ਚੀਜ਼ਾਂ ਨਾ ਕੰਟਰਾਡਿਕਟ ਹੋਣ ਲੱਗ ਪਈਆਂ, ਔਰ 40% ਜਿਹੜੀਆਂ ਰਿਪੋਰਟਾਂ ਐਂਟੀਜਨ 'ਚ ਗਲਤ ਆਉਣ ਲੱਗ ਪਈਆਂ। ਇਸੇ ਕਰਕੇ ਪਿੱਛੇ ਜੀ ਹਿੰਦੁਸਤਾਨ ਨੂੰ ਸਰਕਾਰ ਵੱਲੋਂ ਕਈ ਕਿੱਟਾਂ ਬੈਨ ਵੀ ਕੀਤੀਆਂ ਗਈਆਂ, ਲੇਕਿਨ ਬਾਅਦ 'ਚ ਫਿਰ ਦੁਬਾਰਾ ਸ਼ੁਰੂ ਕਰਤਾ ਗਿਆ। ਲੇਕਿਨ ਗੱਲ ਦੂਸਰੀ ਜਿਹੜੀ ਹੈ ਕਿ ਖਦਸ਼ਾ ਜਿਹੜਾ ਉਹ ਬਹੁਤ ਕਰੋਨਾ ਲਹਿਰ ਦਾ ਵੱਧ ਰਿਹਾ, ਕਿਉਂਕਿ ਅੱਗੇ ਜਿਹੜਾ ਮੌਸਮ ਹੈਗਾ ਉਹ ਸਰਦੀ ਵਾਲਾ ਆ ਰਿਹਾ, ਔਰ ਠੰਡ ਦੇ ਵਿੱਚ ਉੱਦਾਂ ਲੋਕਾਂ ਨੂੰ ਜਿਹੜੀਆਂ ਐਲਰਜੀਜ਼ ਦੀਆਂ ਪ੍ਰੋਬਲਮ ਰਹਿੰਦੀਆਂ ਹੈਗੀਆਂ। ਇਸ ਕਰਕੇ ਜਿਹੜਾ ਵਾ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ, ਸੋਸ਼ਲ ਡਿਸਟੈਂਸ ਬਣਾਉਣ ਦੀ ਜ਼ਰੂਰਤ ਹੈ, ਮਾਸਕ ਲਗਾਉਣ ਦੀ ਜ਼ਰੂਰਤ ਹੈ, ਸਟੀਮ ਲੈਣ ਦੀ ਜ਼ਰੂਰਤ ਹੈ, ਔਰ ਕੋਸ਼ਿਸ਼ ਕਰੋ ਆਪਣੀ ਬਾਡੀ ਨੂੰ ਇਮਿਊਨਿਟੀ ਬਣਾ ਕੇ ਰੱਖੋ। ਜਿਹੜੀਆਂ ਆਯੁਸ਼ਮਾਨ ਔਰ ਭਾਰਤ ਸਰਕਾਰ ਦੀਆਂ ਗਾਈਡਲਾਈਨਸ ਆ ਉਹਨੂੰ ਫੋਲੋ ਕਰੋ। ਜੀ, ਇਸ ਦੇ ਨਾਲ ਹੀ ਕੜੀ ਦੀਆਂ ਸੂਈਆਂ ਜਿਹੜੀਆਂ ਨੇ ਉਹ ਇਸ਼ਾਰਾ ਕਰ ਚੁੱਕੀਆਂ ਨੇ ਕਿ ਪ੍ਰੋਗਰਾਮ ਨੂੰ ਖਤਮ ਕਰਨ ਦਾ ਵੇਲਾ ਹੋ ਚੁੱਕਿਆ ਹੈ। ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡੇ ਦਰਸ਼ਕਾਂ ਦਾ ਵੀ ਸ਼ੁਕਰੀਆ।